TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਰਲ ਮਿਲ ਕੇ ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ। ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਜਾਂ ਨਹੀਂ, ਏਲਨਾਬਾਦ ਦੀ ਚੋਣ ਕਰੇਗੀ ਨਿਰਧਾਰਤ। ਸਿੱਧੂ ਸਮਝੌਤੇ ਦੇ ਮੂਡ ਵਿੱਚ ਨਹੀਂ, ਅੱਜ ਦੀ ਮੀਟਿੰਗ ਕਰੇਗੀ ਸਿੱਧੂ ਦੀ ਕਿਸਮਤ ਦਾ ਫੈਸਲਾ। ਪੰਜਾਬ ਸਰਕਾਰ ਦਾ ਵੱਡਾ ਐਲਾਨ, ਕੱਚੇ ਕਾਮੇ ਹੋਣਗੇ ਪੱਕੇ। ਪਿਛਲੇ ਦਰਵਾਜ਼ੇ ਰਾਹੀਂ ਪੰਜਾਬ 'ਚ ਕੇਂਦਰੀ ਰਾਜ ਲਾਗੂ, ਅਕਾਲੀ ਦਲ ਦਾ ਕਹਿਣਾ। ਕੇਂਦਰ ਸਰਕਾਰ ਦਾ ਨਵਾਂ ਫਰਮਾਨ, ਪੰਜਾਬ ਵਿੱਚ BSF ਨੂੰ ਦਿੱਤੀਆਂ ਵਾਧੂ ਸ਼ਕਤੀਆਂ ਅਤੇ ਇਸ ਮਸਲੇ ਨੂੰ ਆਧਾਰ ਬਣਾ ਕੇ ਪੰਜਾਬ ਦੇ ਵਿੱਚ ਸਿਆਸਤ ਪੱਖੀ। ਦੋਸਤੋ ਇਹ ਕੁਝ ਜਾਣਕਾਰੀਆਂ ਨੇ ਜਿਨ੍ਹਾਂ ਨੂੰ ਤੁਹਾਡੇ ਰੂਬਰੂ ਕਰਾਂਗਾ। ਇਹਦੇ ਤੋਂ ਪਹਿਲਾਂ ਕਿ ਵਿਸਥਾਰ ਦੇ ਨਾਲ ਇਹ ਸਭ ਕੁਝ ਵਿਚਾਰਿਆ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੇ ਨਾਲ ਹੀ ਪ੍ਰੋਗਰਾਮ ਵੇਖਣ ਸੁਣਨ ਤੋਂ ਬਾਅਦ ਜੇਕਰ ਚੰਗਾ ਲੱਗਿਆ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਜ਼ਰੂਰ ਕਰਨੇ। ਤੁਹਾਡੇ ਧੰਨਵਾਦੀ ਹੋਵਾਂਗੇ। ਆਓ ਸਭ ਤੋਂ ਪਹਿਲਾਂ ਜ਼ਿਮਨੀ ਚੋਣ ਹੋ ਰਹੀ ਹੈ ਹਰਿਆਣਾ ਦੇ ਪਾਸੇ, ਉਧਰੋਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅਨੈਲੋ ਇੰਡੀਅਨ ਨੈਸ਼ਨਲ ਲੋਕ ਦਲ, ਉਹਦੇ ਜਨਰਲ ਸਕੱਤਰ ਨੇ। ਏਲਨਾਬਾਦ ਵਿਧਾਨ ਸਭਾ ਖੇਤਰ ਹੈ ਜਿਹੜਾ, ਉੱਥੋਂ ਪਾਰਟੀ ਦੇ ਉਮੀਦਵਾਰ ਵੀ ਨੇ ਅਭੈ ਸਿੰਘ ਚੌਟਾਲਾ। ਅਭੈ ਚੌਟਾਲਾ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਹੈ। ਉਹ ਕਹਿੰਦੇ ਕਿ ਜਿਹੜੀ ਏਲਨਾਬਾਦ ਦੇ ਵਿੱਚ ਚੋਣ ਹੋ ਰਹੀ ਹੈ, ਜ਼ਿਮਨੀ ਚੋਣ ਹੈ, ਇਹ ਚੋਣ ਇੱਕ ਪਾਸੇ ਪੂੰਜੀਪਤੀ ਤੇ ਦੂਸਰੇ ਪਾਸੇ ਕਿਸਾਨ ਭਾਵ ਇਹਨਾਂ ਦੇ ਦਰਮਿਆਨ ਸਿੱਧਮ-ਸਿੱਧੀ ਇੱਕ ਕਿਸਮ ਦਾ ਫੈਸਲਾ ਕਰਨ ਵਾਲੀ ਚੋਣ ਹੈ। ਉਹ ਕਹਿੰਦੇ ਇਸ ਹਲਕੇ ਦੇ ਲੋਕ, ਇਸ ਹਲਕੇ ਦੇ ਵੋਟਰ, ਇੱਥੋਂ ਦੀ ਜਨਤਾ ਤੈਅ ਕਰੂ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਲਾਭ ਵਿੱਚ ਹਨ ਜਾਂ ਨਹੀਂ। ਉਹ ਕਹਿੰਦੇ ਲੋਕ ਇਸ ਗੱਲ ਤੇ ਮੋਹਰ ਲਾਉਣਗੇ ਜਿਹੜੇ ਥਾਂ-ਥਾਂ ਤੇ ਵਿਰੋਧ ਕਰ ਰਹੇ ਨੇ। ਤੁਹਾਨੂੰ ਯਾਦ ਹੋਣਾ ਹੈ ਬੀਤੇ ਦਿਨੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇੱਕ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਹਰਿਆਣਾ ਵਿੱਚ ਜਜਪਾ ਤੇ ਭਾਜਪਾ ਦਾ ਘਰਾਂ ਵਿੱਚੋਂ ਨਿਕਲਣਾ ਮੁਸ਼ਕਲ ਹੋਇਆ ਤੇ ਹੁਣ ਉੱਪਰੋਂ ਦੀ ਜ਼ਿਮਨੀ ਚੋਣ ਆ ਗਈ ਹੈ। ਹਾਲ ਪੰਜਾਬ, ਯੂਪੀ ਤੇ ਕਈ ਹੋਰਨਾਂ ਸੂਬਿਆਂ ਵਿੱਚ ਵੀ ਇਹੋ ਹੀ ਹੈ। ਅਸਲ ਦੇ ਵਿੱਚ ਅਭੈ ਚੌਟਾਲਾ ਆਪਣਾ ਚੋਣ ਪ੍ਰਚਾਰ ਕਰ ਰਹੇ ਸੀ। ਚੋਣ ਪ੍ਰਚਾਰ ਦੇ ਪਹਿਲੇ ਦਿਨ ਉਹ ਪਹੁੰਚੇ ਮਾਖੋ ਸਰਾਣੀ, ਤਰਕਾਂਵਲੀ, ਚਹਿਰਵਾਲਾ, ਕਾਗਦਾਨਾ ਤੇ ਹੋਰ ਕਈ ਦਰਜਨਾਂ ਪਿੰਡਾਂ ਦੇ ਵਿੱਚ, ਜਿੱਥੇ ਉਹਨਾਂ ਨੇ ਪਿੰਡਾਂ ਦੇ ਲੋਕਾਂ ਨੂੰ ਜਾ ਕੇ ਸੰਬੋਧਨ ਵੀ ਕੀਤਾ। ਉਹਨਾਂ ਕਿਹਾ ਕਿ ਦੇਖੋ, ਮੈਨੂੰ ਪਤਾ ਹੈ ਕਿ ਹੁਣ ਤੁਸੀਂ 10-11 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹੋ, ਅਸਲ ਹੁਣ ਤੁਹਾਡਾ ਫਸਲ ਸਾਂਭਣ ਦਾ ਸਮਾਂ ਹੈ। ਮੈਨੂੰ ਪਤਾ ਹੈ, ਕਹਿੰਦੇ ਇੱਕ ਪਾਸੇ ਕਿਸਾਨ ਆਪਣੇ ਖੇਤਾਂ ਵਿੱਚ ਵੀ ਰੁੱਝਿਆ ਹੋਇਆ ਹੈ, ਪਰ ਆਹ ਵੀ ਤੁਹਾਡੀ ਫਸਲ ਹੈ। ਦਰਅਸਲ ਮੈਂ ਵੀ ਕਹਿੰਦਾ ਹੁੰਦਾ ਕਿ ਫਸਲੀ ਚੱਕਰ 'ਚੋਂ ਆਪਾਂ ਨਿਕਲੀਏ ਕਿਵੇਂ। ਆਹ ਚੋਣਾਂ ਵੀ ਇੱਕ ਫਸਲੀ ਚੱਕਰ ਨੇ। ਇੱਕ ਪਾਰਟੀ ਆਉਂਦੀ ਆ, ਉਹਨੂੰ ਹਰਾ ਦਿੰਦੇ ਆ, ਦੂਸਰੇ ਨੂੰ ਹਰਾਉਣ ਕਰਕੇ ਗੁੱਸੇ ਵਿੱਚ ਜਿਹੜਾ ਪਹਿਲਾਂ ਹਰਾਇਆ ਹੁੰਦਾ ਉਹਨੂੰ ਅਸੀਂ ਜਿਤਾ ਦਿੰਦੇ ਹਾਂ। ਪਰ ਉਹ ਕਹਿੰਦੇ ਫਸਲਾਂ ਦੇ ਨਾਲ ਨਾਲ ਚੋਣਾਂ ਦੀ ਫਸਲ ਵੱਢਣ ਦਾ ਵੀ ਸਮਾਂ ਹੈ। ਅਭੈ ਸਿੰਘ ਚੌਟਾਲਾ ਦੇ ਮੁਤਾਬਕ ਭਾਰਤ ਦੀ ਕੇਂਦਰ ਅਤੇ ਹਰਿਆਣਾ ਦੀ ਸੂਬਾ ਸਰਕਾਰ, ਉਹਨਾਂ ਦੀ ਸੋਚ ਹੈ, ਕਿਉਂਕਿ ਕੇਂਦਰ ਦੇ ਵਿੱਚ ਵੀ ਤੇ ਹਰਿਆਣਾ ਦੇ ਵਿੱਚ ਵੀ ਦੋਵਾਂ ਦੇ ਭਾਜਪਾ ਦੀਆਂ ਸਰਕਾਰਾਂ ਨੇ, ਕਿ ਕਿਸਾਨਾਂ ਨੂੰ, ਖੇਤੀ ਸੈਕਟਰ ਨੂੰ ਕਮਜ਼ੋਰ ਕੀਤਾ ਜਾਵੇ। ਇਹਦੇ ਵਾਸਤੇ ਉਹਨਾਂ ਨੇ ਕੁਝ ਉਦਾਹਰਨਾਂ ਵੀ ਦਿੱਤੀਆਂ ਕਿ ਸਰਕਾਰ ਬਾਜਰੇ ਨੂੰ ਘੱਟ ਤੋਂ ਘੱਟ ਸਮਰਥਨ ਮੁੱਲ ਤੇ ਖਰੀਦ ਵੀ ਨਹੀਂ ਰਹੀ, ਜਿਸ ਨਾਲ ਕਿਸਾਨ 2250 ਦੀ ਜਿਹੜੀ MSP ਦਿੱਤੀ ਗਈ ਹੈ ਉਹਦੀ ਬਜਾਏ ਬਾਜਰਾ 1150 ਰੁਪਏ ਪ੍ਰਤੀ ਕੁਇੰਟਲ ਤੱਕ ਵੇਚਣ ਵਾਸਤੇ ਮਜਬੂਰ ਹੋਇਆ ਹੈ। ਉਹਨਾਂ ਨੇ ਕਿਹਾ ਕਿ ਬਾਜਰਾ ਖਰੀਦਣ ਦੀ ਬਜਾਏ 600 ਰੁਪਏ ਪ੍ਰਤੀ ਕੁਇੰਟਲ ਦੇਣ ਦੀ ਗੱਲ ਆਖ ਰਹੇ ਨੇ। ਸਰਕਾਰ ਦੀਆਂ ਅਜਿਹੀਆਂ ਨੀਤੀਆਂ ਦੇ ਨਾਲ ਮੰਡੀਆਂ ਛੇਤੀ ਖਤਮ ਹੁੰਦੀਆਂ ਜਾ ਰਹੀਆਂ ਨੇ। ਵੱਡੇ ਪੂੰਜੀਪਤੀ ਸੇਠ ਮਨਮਾਨੇ ਭਾਅ ਦੇ ਰਹੇ ਨੇ, ਜਿਸ ਨਾਲ ਕਿਸਾਨ ਆਪਣੀ ਜ਼ਮੀਨ ਵੇਚਣ ਵਾਸਤੇ ਮਜਬੂਰ ਹੋ ਰਹੇ ਨੇ। ਮੈਂ ਤਾਂ ਇਹ ਤੋਂ ਵੀ ਅਗਲੀ ਗੱਲ ਕਹਿਣਾ ਹੈ ਕਿ ਇਹਨਾਂ ਨੀਤੀਆਂ ਦੇ ਕਾਰਨ ਕਿਸਾਨ ਮੌਤ ਦੇ ਰਾਹ ਅਖਤਿਆਰ ਕਰ ਰਹੇ ਨੇ, ਤੁਰ ਰਹੇ ਨੇ, ਗਲਾਂ ਦੇ ਵਿੱਚ ਰੱਸੇ ਪਾ ਰਹੇ ਨੇ, ਖੁਦਕੁਸ਼ੀਆਂ ਕਰ ਰਹੇ ਨੇ। ਚੌਟਾਲਾ ਨੇ ਇਹ ਵੀ ਕਿਹਾ ਕਿ ਮੈਂ ਵਿਧਾਨ ਸਭਾ ਤੋਂ ਅਸਤੀਫਾ ਦੇ ਕੇ ਦਿੱਲੀ ਸਰਹੱਦ ਤੇ ਕਿਸਾਨਾਂ ਦੇ ਨਾਲ ਮੋਢਾ ਜੋੜ ਕੇ ਖੜਿਆ। ਵਿਧਾਨ ਸਭਾ ਹੁਣ ਜੇਕਰ ਮੈਨੂੰ ਤੁਸੀਂ ਫੇਰ ਪਹੁੰਚਾਇਆ, ਪੁੱਛਦਾ ਕੀਤਾ, ਤਾਂ ਸਭ ਤੋਂ ਪਹਿਲਾਂ ਮੈਂ ਫਿਰ ਖੇਤੀ ਕਾਨੂੰਨਾਂ ਦੀ ਗੱਲ ਕਰਾਂਗਾ। ਉਹਨਾਂ ਇਹ ਵੀ ਕਿਹਾ ਕਿ ਇਸ ਵਕਤ ਵਿਰੋਧੀ ਧਿਰ ਕਮਜ਼ੋਰ ਹੈ, ਇਸ ਲਈ ਮੇਰੇ ਤੋਂ ਅਸਤੀਫਾ ਦੇਣ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ
ਜਾਂ ਖੱਟੜ ਸਰਕਾਰ ਆਖੀਏ ਮਨਮਾਨੀ ਢੰਗ ਕਰ ਰਹੀ ਹੈ, ਆਪਣੀ ਮਰਜ਼ੀ ਦੇ ਪ੍ਰਸਤਾਵ ਪਾਸ ਕਰ ਰਹੀ ਹੈ। ਪਰ ਉਹਨਾਂ ਨੇ ਹਲੂਣਾ ਦਿੱਤਾ ਲੋਕਾਂ ਨੂੰ ਕਿ ਹੁਣ ਸਮਾਂ ਹੈ ਕਿ ਤੁਸੀਂ ਕਿਹਨੂੰ ਜਿਤਾਉਣਾ ਹੈ ਤੇ ਕਿਹਨੂੰ ਹਰਾਉਣਾ, ਫੈਸਲਾ ਤੁਹਾਡੇ ਹੱਥ 'ਚ ਹੈ। ਇੱਥੋਂ ਤੱਕ ਆਖ ਦਿੱਤਾ ਕਿ ਇਹ ਕਾਨੂੰਨ ਚੰਗੇ ਨੇ ਜਾਂ ਮਾੜੇ ਨੇ, ਅੱਜ ਚੋਣਾਂ ਦਾ ਨਤੀਜਾ ਇਸ ਗੱਲ ਤੇ ਮੋਹਰ ਲਾ ਦੂ। ਅਗਲੀ ਗੱਲ ਪੰਜਾਬ ਦੀ ਰਾਜਨੀਤੀ ਨਾਲ ਸੰਬੰਧਿਤ ਹੈ। ਪੰਜਾਬ ਦੇ ਵਿੱਚ ਇਸ ਵਕਤ ਸੱਤਾਧਾਰੀ ਧਿਰ ਹੈ ਕਾਂਗਰਸ। ਕਾਂਗਰਸ ਦੇ ਸੂਬਾ ਪ੍ਰਧਾਨ ਨੇ ਹੁਣ ਇਹ ਵੀ ਭੰਬਲ ਭੂਸਾ ਜੇ ਪ੍ਰਧਾਨ ਹਨ ਵੀ ਜਾਂ ਨਹੀਂ, ਨਵਜੋਤ ਸਿੰਘ ਸਿੱਧੂ ਦਰਅਸਲ ਉਹਨਾਂ ਨੇ ਆਪਣੇ ਵੱਲੋਂ ਅਸਤੀਫਾ ਦਿੱਤਾ ਹੋਇਆ ਹੈ। ਪਰ ਇਹ ਆਖਿਆ ਜਾ ਰਿਹਾ ਹੈ ਕਿ ਹਾਈ ਕਮਾਂਡ ਨੇ ਅਸਤੀਫਾ ਪ੍ਰਵਾਨ ਨਹੀਂ ਕੀਤਾ। ਬੀਤੇ ਦਿਨੀ ਹਰੀਸ਼ ਰਾਵਤ ਨੇ ਕਹਿ ਦਿੱਤਾ ਸੀ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅੱਜ 14 ਅਕਤੂਬਰ ਨੂੰ ਉਹਨਾਂ ਨਾਲ ਮੀਟਿੰਗ ਕਰਨ ਆ ਰਹੇ ਨੇ, ਭਾਵ ਉਹ ਹਾਲੇ ਪ੍ਰਧਾਨ ਨੇ। ਪਰ ਇੱਕ ਵਾਰੀ ਫਿਰ ਤੋਂ ਨਵਜੋਤ ਸਿੰਘ ਸਿੱਧੂ ਥੋੜ੍ਹੇ ਜਿਹੇ ਸਖਤ ਮੂਡ ਦੇ ਵਿੱਚ ਮਿਜ਼ਾਜ 'ਚ ਨਜ਼ਰ ਆਏ ਨੇ। ਅੱਜ ਉਹਨਾਂ ਦੀ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅਤੇ ਪਾਰਟੀ ਦੇ ਜਨਰਲ ਸਕੱਤਰ KC ਵੇਣੂਗੋਪਾਲ ਦੇ ਨਾਲ ਬੈਠਕ ਹੈ, ਮੀਟਿੰਗ ਹੈ। ਮੀਟਿੰਗ ਤੋਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਉਹਦੇ ਵਿੱਚ ਉਹਨਾਂ ਨੇ ਸਰਕਾਰ ਦੀਆਂ ਨੀਤੀਆਂ ਤੇ, ਭਾਵ ਆਪਣੀ ਸਰਕਾਰ ਆ ਉਹਨਾਂ ਦੀ, ਆਪਣੀ ਸਰਕਾਰ ਦੀਆਂ ਨੀਤੀਆਂ ਤੇ ਕਈ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਆਖਿਆ ਕਿ ਕਾਂਗਰਸ ਹਾਈ ਕਮਾਂਡ ਨੇ, ਮੈਂ ਮੰਨਦਾ ਕਿ ਮੈਨੂੰ ਸਨਮਾਨ ਦਿੱਤਾ ਹੈ, ਪਰ ਕਹਿੰਦੇ ਕੀ ਜੇ ਮੈਨੂੰ ਸਨਮਾਨ ਦਿੱਤਾ ਤਾਂ ਮੈਂ ਆਪਣੇ ਅਸੂਲਾਂ ਨਾਲ ਸਮਝੌਤਾ ਕਰ ਲਵਾਂ, ਸਮਝੌਤਾ ਕਰਕੇ ਮੈਂ ਅੱਗੇ ਨਹੀਂ ਵੱਧ ਸਕਦਾ। ਉਹਨਾਂ ਇੱਥੋਂ ਤੱਕ ਆਖਿਆ ਕਿ ਭ੍ਰਿਸ਼ਟਾਚਾਰ ਹੇਠਾਂ ਤੋਂ ਉੱਪਰ ਤੱਕ ਜਾ ਰਿਹਾ ਹੈ ਤੇ ਇਮਾਨਦਾਰੀ ਉੱਪਰ ਤੋਂ ਹੇਠਾਂ ਆ ਰਹੀ ਹੈ। ਸਿੱਧੂ ਦੇ ਬਿਆਨ ਤੋਂ ਇਹ ਸੰਕੇਤ ਮਿਲ ਰਹੇ ਨੇ ਕਿ ਜਿਹੜੀ ਆ ਮੀਟਿੰਗ ਹਰੀਸ਼ ਰਾਵਤ ਤੇ KC ਵੇਣੂਗੋਪਾਲ ਦੇ ਨਾਲ ਹੋਣੀ ਹੈ, ਮੀਟਿੰਗ ਤਾਂ ਜ਼ਰੂਰ ਹੋਊ, ਠੰਡੇ ਛਿੱਟੇ ਮਾਰਨ ਦੀਆਂ ਕੋਸ਼ਿਸ਼ਾਂ ਹੋ ਸਕਦਾ ਕੀਤੀਆਂ ਵੀ ਜਾਣ, ਪੈਚ ਵਰਕ ਹੋ ਸਕਦਾ ਕੀਤਾ ਵੀ ਜਾਵੇ, ਕਿਉਂਕਿ ਚੋਣਾਂ ਨੇੜੇ ਨੇ। ਜੇਕਰ ਸਿੱਧੂ ਵੀ ਛੱਡ ਜਾਂਦੇ ਨੇ, ਕੈਪਟਨ ਪਹਿਲਾਂ ਛੱਡ ਗਏ ਨੇ ਤੇ ਕਾਂਗਰਸ ਘਾਟੇ ਵਿੱਚ ਹੈ। ਪਰ ਨਵਜੋਤ ਸਿੰਘ ਸਿੱਧੂ ਕਹਿੰਦੇ ਮੈਂ ਸਮਝੌਤਾ ਕਰਨ ਦੇ ਮੂਡ 'ਚ ਨਹੀਂ। ਅਸਲ ਦੇ ਵਿੱਚ ਪ੍ਰਤੱਖ ਰੂਪ ਨਾਲ ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਲਏ ਗਏ ਫੈਸਲੇ, ਜਿਸ ਦੀ ਜ਼ਮੀਨ 'ਚ ਰੇਤ ਹੋਵੇਗੀ ਉਸ ਨੂੰ ਫ੍ਰੀ ਵਿੱਚ ਰੇਤ ਕੱਢਣ ਦੀ ਆਗਿਆ ਹੋਵੇਗੀ, ਉਹਦਾ ਵੀ ਨਵਜੋਤ ਸਿੰਘ ਸਿੱਧੂ ਨੇ ਵਿਰੋਧ ਕੀਤਾ। ਸਿੱਧੂ ਨੇ ਕਿਹਾ ਕਿ ਰੇਤ ਤਾਂ ਉਹੀ ਕੱਢੇਗਾ ਨਾ ਜਿਹਦੀ ਜ਼ਮੀਨ ਦੇ ਵਿੱਚ ਰੇਤ ਹੋਵੇਗੀ ਤੇ ਉਹਦੇ ਕੋਲ ਸਾਧਨ ਹੋਣਗੇ, ਖਰੀਦਣ ਵਾਲੇ ਨੂੰ ਕਿਉਂ ਮੁਫਤ 'ਚ ਦੇਵੇਗਾ। ਬਹੁਤ ਵੱਡੇ ਸਵਾਲ ਖੜੇ ਕਰ ਦਿੱਤੇ ਉਹਨਾਂ ਨੇ ਕਿਹਾ ਕਿ ਸ਼ਰਾਬ ਦੀ ਕੀਮਤ ਫਿਕਸ ਹੈ, ਫਿਰ ਰੇਤ ਦੀ ਕੀਮਤ ਫਿਕਸ ਕਾਤੇ ਨਹੀਂ, ਉਹ ਵੀ ਫਿਕਸ ਹੋਣੀ ਚਾਹੀਦੀ ਹੈ। ਉਹਨਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਪੰਜਾਬ ਦੀ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਖਜ਼ਾਨਾ ਹੈ। ਕੀ ਖਜ਼ਾਨਾ ਆਪਣੇ ਆਪ ਖਾਲੀ ਹੋ ਗਿਆ ਜਾਂ ਗਲਤ ਨੀਤੀਆਂ ਦੇ ਕਾਰਨ ਖਾਲੀ ਹੋਇਆ, ਇਹਨੂੰ ਭਰੂ ਕੌਣ। ਉਹਨਾਂ ਨੇ ਇੱਥੋਂ ਤੱਕ ਆਖਿਆ ਕਿ ਜਿਹੜਾ ਪੰਜਾਬ ਸਿਰ ਕਰਜ਼ ਚੜਿਆ ਹੋਇਆ ਹੈ ਉਹ ਲੋਕ ਸਮਝੀ ਜਾਂਦੇ ਨੇ ਸੂਬੇ ਸਿਰ, ਉਹ ਸੂਬੇ ਸਿਰ ਨਹੀਂ, ਲੋਕਾਂ ਦੇ ਸਿਰ ਹੈ। ਮਾਫੀਆ ਪੰਜਾਬ ਨੂੰ ਕਹਿੰਦੇ ਖਤਮ ਕਰ ਰਿਹਾ ਹੈ ਤੇ ਇਹ ਖਤਮ ਕਰਨਾ ਪਊ ਮਾਫੀਆ, ਫਿਰ ਕਿਤੇ ਪੰਜਾਬ ਪੈਰੀ ਸਿਰੀ ਹੋਊ। ਸਿੱਧੂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ, ਸਿਰਫ ਗੱਲ ਪੰਜਾਬ ਦੀ ਹੈ। ਕਹਿੰਦੇ ਹਾਈ ਕਮਾਂਡ ਮੰਨਦੇ ਆ ਸਮਝੌਤਾ, ਉਹਨਾਂ ਨੇ ਮੈਨੂੰ ਸਨਮਾਨ ਦੇ ਦਿੱਤਾ ਪਰ ਮੈਂ ਸਮਝੌਤਾ ਨਹੀਂ ਕਰ ਸਕਦਾ। ਨਾਲ ਹੀ ਉਹਨਾਂ ਨੇ ਸਰਕਾਰ ਦੀਆਂ ਮੁਫਤ ਸਹੂਲਤਾਂ ਦੇਣ ਦੀਆਂ ਯੋਜਨਾਵਾਂ ਤੇ ਵੀ ਉਂਗਲਾਂ ਉਠਾਈਆਂ। ਉਹਨਾਂ ਕਿਹਾ ਕਿ ਚੋਣਾਂ ਆਉਂਦੇ ਹੀ ਸਰਕਾਰ ਮੁਫਤ ਸਹੂਲਤਾਂ ਦੇਣ ਦਾ ਐਲਾਨ ਕਰਨ ਲੱਗਦੀ ਹੈ। ਆਖਰ ਇਹ ਸਭ ਕੁਝ 4.5 ਸਾਲਾਂ ਵਿੱਚ ਕਿਉਂ ਨਹੀਂ ਹੋਇਆ। ਬਹੁਤ ਵੱਡੇ ਸਵਾਲ ਖੜੇ ਕਰ ਦਿੱਤੇ ਨੇ। ਆਪਣੀ ਸਰਕਾਰ ਹੈ, ਆਪਣੀ ਸਰਕਾਰ ਤੇ ਖੜੇ ਕੀਤੇ ਨੇ। ਮੌਕਾ ਵੇਖੋ ਕਿ ਜਦੋਂ ਦੂਸਰੇ ਦਿਨ ਭਾਵ ਕੁਝ ਘੰਟਿਆਂ ਤੋਂ ਬਾਅਦ ਉਹਨਾਂ ਦੀ ਕੇਂਦਰ ਦੇ ਨਾਲ ਹਾਈ ਕਮਾਂਡ ਦੇ ਨਾਲ ਮੀਟਿੰਗ ਸੀ। ਹੁਣ ਸੰਕੇਤ ਕੀ ਨੇ? ਕੀ ਨਵਜੋਤ ਸਿੰਘ ਸਿੱਧੂ ਦਬ ਜਾਣਗੇ? ਕੀ ਨਵਜੋਤ ਸਿੰਘ ਸਿੱਧੂ ਕਾਂਗਰਸ ਛੱਡ ਜਾਣਗੇ? ਕੀ ਨਵਜੋਤ ਸਿੰਘ ਸਿੱਧੂ ਕਰਨਗੇ ਕੀ ਬਦਲ ਹੈ ਉਹਨਾਂ ਕੋਲ? ਭਾਜਪਾ ਕੋਲ ਜਾਣਾ ਨਹੀਂ ਚਾਹੁੰਦੇ, ਕਾਂਗਰਸ ਦੇ ਵਿੱਚ ਰਹਿਣਾ ਨਹੀਂ ਚਾਹੁੰਦੇ ਤੇ ਫਿਰ ਆਮ ਆਦਮੀ ਪਾਰਟੀ ਵਿੱਚ ਚਲੇ ਜਾਣਗੇ। ਉਂਗਲਾਂ ਉਹਨਾਂ ਨੇ ਕੇਜਰੀਵਾਲ ਤੇ ਵੀ ਉਠਾਈਆਂ ਨੇ। ਸੋ ਵੇਖਦੇ ਹਾਂ ਕਿ ਅੱਜ ਦੀ ਮੀਟਿੰਗ ਪੰਜਾਬ ਕਾਂਗਰਸ ਦੇ ਵਾਸਤੇ, ਨਵਜੋਤ ਸਿੰਘ ਸਿੱਧੂ ਦੇ ਵਾਸਤੇ, ਉਹਨਾਂ ਦੀ ਕਿਸਮਤ ਦੇ ਵਾਸਤੇ ਕਾਫੀ ਅਹਿਮ ਹੋਏਗੀ ਕਿ ਮੀਟਿੰਗ ਦੇ ਵਿੱਚ ਪੈਚ ਵਰਕ ਹੁੰਦਾ ਹੈ ਜਾਂ ਨਹੀਂ। ਪਰ ਆਹ ਖਬਰ ਸੱਚਮੁੱਚ ਇਹਦੀਆਂ ਪਰਤਾਂ ਕਾਫੀ ਨੇ। ਬੀਤੇ ਲੰਬੇ ਸਮੇਂ ਤੋਂ ਕਿਆਸ ਲੱਗ ਰਹੇ ਨੇ ਕਿ ਪੰਜਾਬ ਦੇ ਵਿੱਚ ਭਾਈ ਕਿਸੇ ਨੂੰ ਕਿਸੇ ਆਨੇ ਬਹਾਨੇ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਤਾਂ ਇਹੀ ਕਹਿਣ ਲੱਗ ਗਿਆ ਕਿ ਕਰਤਾ ਦਿੱਤਾ ਪਰ ਪਿਛਲੇ ਦਰਵਾਜ਼ੇ ਥਾਈਂ ਕੇਂਦਰੀ ਰਾਜ ਲਾਗੂ ਹੋਇਆ ਹੈ, ਕਿਉਂਕਿ ਕੇਂਦਰ ਸਰਕਾਰ ਦਾ ਇੱਕ ਨਵਾਂ ਫਰਮਾਨ ਹੈ। ਉਹ ਨਵਾਂ ਫਰਮਾਨ ਕੀ ਹੈ ਕਿ ਪੰਜਾਬ ਦੇ ਵਿੱਚ BSF ਨੂੰ ਵਾਧੂ ਸ਼ਕਤੀਆਂ ਨੇ। ਅਸਲ ਦੇ ਵਿੱਚ ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ
BSF ਦੇ ਅਧਿਕਾਰ ਖੇਤਰ ਨੂੰ ਪੰਜਾਬ 'ਚ ਵਧਾ ਦਿੱਤਾ ਹੈ। ਅਸਲ ਦੇ ਵਿੱਚ ਅਤਵਾਦ ਅਤੇ ਸਰਹੱਦ ਪਾਰ ਅਪਰਾਧਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਬਣਾ ਕੇ ਰੱਖਣ ਲਈ BSF ਨੂੰ ਤਲਾਸ਼ੀ ਲੈਣ, ਸ਼ੱਕੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ, ਗੈਰ ਕਾਨੂੰਨੀ ਵਸਤੂ ਨੂੰ ਜ਼ਬਤ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਨਵੇਂ ਫਰਮਾਨ ਦੇ ਮੁਤਾਬਕ BSF ਦੇ ਅਧਿਕਾਰ ਖੇਤਰ ਨੂੰ ਪੰਜਾਬ 'ਚ, ਪੱਛਮੀ ਬੰਗਾਲ 'ਚ ਅਤੇ ਅਸਾਮ ਇਹਨਾਂ ਸੂਬਿਆਂ ਦੇ ਵਿੱਚ ਵਧਾਇਆ ਗਿਆ ਹੈ। 50 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਹੁਣ BSF ਦੇ ਅਧਿਕਾਰੀ ਲਗਭਗ ਪੁਲਿਸ ਵਾਂਗ ਕੰਮ ਕਰ ਸਕਣਗੇ। ਪਹਿਲਾਂ ਪੰਜਾਬ, ਪੱਛਮੀ ਬੰਗਾਲ ਅਤੇ ਅਸਾਮ ਦੇ ਵਿੱਚ BSF ਦਾ ਜਿਹੜਾ ਅਧਿਕਾਰ ਖੇਤਰ ਸੀ ਉਹ ਸਰਹੱਦ ਤੋਂ ਲੈ ਕੇ ਸਿਰਫ 15 ਕਿਲੋਮੀਟਰ ਦੇ ਅੰਦਰ ਤੱਕ ਸੀਮਿਤ ਸੀ, ਪਰ ਹੁਣ ਇਹ 15 ਦੀ ਬਜਾਏ 50 ਕਿਲੋਮੀਟਰ ਕਰ ਦਿੱਤਾ ਗਿਆ ਹੈ। ਪਰ ਇਹ ਨਹੀਂ ਕਿ ਸਾਰੇ ਸੂਬਿਆਂ ਦੇ ਵਿੱਚ ਹੀ ਵਧਾਇਆ ਗਿਆ ਹੈ, ਕਈਆਂ 'ਚ ਕਟੌਤੀ ਵੀ ਕੀਤੀ ਗਈ ਹੈ। ਹਾਲਾਂਕਿ 5 ਉਹ ਸੂਬੇ ਨੇ, ਜਿਵੇਂ ਪੂਰਬੀ ਉੱਤਰੀ ਸੂਬਿਆਂ ਦੇ ਵਿੱਚ ਮਣੀਪੁਰ ਆਉਂਦਾ, ਮਿਜ਼ੋਰਮ ਆਉਂਦਾ, ਤ੍ਰਿਪੁਰਾ, ਨਾਗਾਲੈਂਡ, ਮੇਘਾਲਿਆ, ਇਹਨਾਂ ਦੇ ਵਿੱਚ ਅਧਿਕਾਰ ਖੇਤਰ 20 ਕਿਲੋਮੀਟਰ ਦੀ ਕਟੌਤੀ ਕਰ ਦਿੱਤੀ ਗਈ ਹੈ। ਜਿੱਥੇ ਇਸ ਦਾ ਅਧਿਕਾਰ ਖੇਤਰ ਪਹਿਲਾਂ 80 ਕਿਲੋਮੀਟਰ ਤੱਕ ਸੀ BSF ਦਾ, ਉੱਥੇ ਇਹ ਘਟਾ ਦਿੱਤਾ ਗਿਆ। ਇਸੇ ਤਰ੍ਹਾਂ ਗੁਜਰਾਤ ਦੇ ਵਿੱਚੋਂ ਵੀ ਇਹੀ ਖਬਰ ਹੈ ਕਿ ਉੱਥੇ ਵੀ BSF ਦਾ ਅਧਿਕਾਰ ਖੇਤਰ 80 ਤੋਂ ਘਟਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ ਹੈ। ਜੇਕਰ ਗੱਲ ਰਾਜਸਥਾਨ ਦੀ ਕਰਾਂ ਤਾਂ ਰਾਜਸਥਾਨ ਦੇ ਵਿੱਚ BSF ਦਾ ਅਧਿਕਾਰ ਖੇਤਰ ਪਹਿਲਾਂ ਵੀ 50 ਤੇ ਹੁਣ ਵੀ 50 ਕਿਲੋਮੀਟਰ ਹੀ ਰਹੇਗਾ। ਦੱਸਿਆ ਜਾ ਰਿਹਾ ਕਿ ਗੈਰ ਕਾਨੂੰਨੀ ਸਪਲਾਈ ਰੋਕਣ, ਘੁਸਪੈਠੀਆਂ ਦੇ ਖਿਲਾਫ ਮੁਹਿੰਮ ਵਿੱਢਣ ਦੇ ਵਿੱਚ ਇਹਦੇ ਨਾਲ ਮਦਦ ਮਿਲੇਗੀ। ਜਾਣਕਾਰੀ ਦੇ ਮੁਤਾਬਕ BSF ਦੇ ਜਵਾਨਾਂ ਨੂੰ ਸਰਹੱਦੀ ਇਲਾਕਿਆਂ ਦੇ ਵਿੱਚ ਨਸ਼ਿਆਂ ਤੇ ਹਥਿਆਰਾਂ ਦੀ ਗੈਰ ਕਾਨੂੰਨੀ ਸਪਲਾਈ ਰੋਕਣ ਅਤੇ ਘੁਸਪੈਠੀਆਂ ਦੇ ਖਿਲਾਫ ਮੁਹਿੰਮ ਚਲਾਉਣ ਦੇ ਵਿੱਚ ਕਾਫੀ ਮਦਦਗਾਰ ਇਹ ਜਿਹੜਾ ਨਵਾਂ ਫਰਮਾਨ ਹੈ, ਆਦੇਸ਼ ਹੈ, ਇਹ ਸਾਬਤ ਹੋ ਸਕਦਾ ਹੈ। BSF ਰੈਂਕ ਦੇ ਅਧਿਕਾਰੀ ਹੁਣ CRPF ਤਹਿਤ ਮੈਜਿਸਟ੍ਰੇਟ ਦੇ ਹੁਕਮ ਦੇ ਬਗੈਰ ਵਾਰੰਟ ਦੇ ਬਿਨਾਂ ਸ਼ਕਤੀਆਂ ਤੇ ਜ਼ਿੰਮੇਵਾਰੀਆਂ ਦਾ ਪਾਲਣ ਕਰਨ ਦਾ ਅਧਿਕਾਰ ਰੱਖਣਗੇ। ਕਾਫੀ ਉਹਨਾਂ ਨੂੰ ਸ਼ਕਤੀਆਂ ਮਿਲ ਗਈਆਂ ਨੇ। BSF ਨੂੰ ਹੁਣ ਅਜਿਹੇ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਅਧਿਕਾਰ ਹੋਵੇਗਾ ਜੋ ਕਿਸੇ ਵੀ ਗੰਭੀਰ ਅਪਰਾਧ ਦੇ ਵਿੱਚ ਸ਼ਾਮਲ ਹੋਵੇ ਜਾਂ ਜਿਸ ਦੇ ਖਿਲਾਫ ਉਚਿਤ ਸ਼ਿਕਾਇਤ ਮਿਲੀ ਹੋਵੇ। ਹੁਣ BSF ਦੇ ਅਧਿਕਾਰ ਕੀ ਨੇ? ਗ੍ਰਹਿ ਮੰਤਰਾਲੇ ਨੇ ਅਸਲ ਦੇ ਜਿਹੜਾ ਨਵਾਂ ਆਦੇਸ਼ ਜਾਰੀ ਕੀਤਾ ਉਹਦੇ ਮੁਤਾਬਕ ਸਰਹੱਦ ਸੁਰੱਖਿਆ ਫੋਰਸ ਐਕਟ 1968 ਦੀ ਧਾਰਾ 139 ਦੀ ਉਪ ਧਾਰਾ 1 ਉਹਦੇ ਤਹਿਤ ਆ ਜਿਹੜੀਆਂ ਸ਼ਕਤੀਆਂ ਨੇ ਇਹ ਦੇ ਦਿੱਤੀਆਂ ਨੇ ਤੇ ਨੋਟੀਫਿਕੇਸ਼ਨ ਦੇ ਵਿੱਚ ਸੋਧਾਂ ਕਰਦਿਆਂ ਇਹ ਫੈਸਲਾ ਸੁਣਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 3 ਜੁਲਾਈ 2014 ਨੂੰ ਜਾਰੀ ਨੋਟੀਫਿਕੇਸ਼ਨ ਨੇ ਫੋਰਸ ਦੇ ਅਧਿਕਾਰੀਆਂ ਨੂੰ ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਨਾਗਾਲੈਂਡ, ਮੇਘਾਲਿਆ ਸੂਬਿਆਂ ਦੇ ਵਿੱਚ ਤਲਾਸ਼ੀ ਲੈਣ, ਅਪਰਾਧੀਆਂ ਨੂੰ ਗ੍ਰਿਫਤਾਰ ਕਰਨ, ਗੈਰ ਕਾਨੂੰਨੀ ਵਸਤੂ ਨੂੰ ਜ਼ਬਤ ਕਰਨ ਦੀਆਂ ਸ਼ਕਤੀਆਂ ਪ੍ਰਦਾਨ ਕੀਤੀਆਂ ਸੀ। ਹੁਣ ਕੇਂਦਰ ਦਾ ਮੰਤਰਾਲਾ ਤਾਂ ਇਹ ਕਹਿੰਦਾ ਹੈ ਕਿ ਅਸੀਂ ਭਾਈ ਚਾਹੁੰਦੇ ਹਾਂ ਕਿ ਪੰਜਾਬ ਤੇ ਹੋਰ ਸੂਬੇ ਜਿੱਥੇ ਅਧਿਕਾਰ ਖੇਤਰ 'ਚ ਵਾਧਾ ਕੀਤਾ ਗਿਆ ਹੈ ਉੱਥੇ ਅਸੀਂ ਘੁਸਪੈਠੀਆਂ ਨੂੰ, ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕ ਸਕੀਏ। ਬੀਤੇ ਦਿਨੀ ਅਸਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਮਿਤ ਸ਼ਾਹ ਹੋਰਾਂ ਨੂੰ ਮਿਲ ਕੇ ਆਈ ਸੀ, ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ ਸੀ, ਤੇ ਉਹਦੇ ਤੋਂ ਬਾਅਦ ਹੁਣ ਲਗਾਤਾਰ ਵਿਰੋਧੀ ਧਿਰ ਵੀ ਉਹਨਾਂ ਤੇ ਹਮਲੇ ਕਰ ਰਹੇ ਨੇ। ਤੇ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਦਾ ਜਿਹੜਾ ਆ ਨਵਾਂ ਆਦੇਸ਼ ਹੈ ਇਹਦੇ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਅੱਜ ਫਿਰ ਤੋਂ ਅਪੀਲ ਕੀਤੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੂੰ ਕਿ ਜਿਹੜਾ ਤੁਸੀਂ ਸਰਹੱਦਾਂ ਤੇ ਤੈਨਾਤ BSF ਦੇ ਅਧਿਕਾਰੀਆਂ ਨੂੰ 50 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਵਾਧੂ ਸ਼ਕਤੀਆਂ ਦੇਣ ਦਾ ਫੈਸਲਾ ਲਿਆ ਹੈ, ਇਹਨੂੰ ਤੁਰੰਤ ਵਾਪਸ ਲਓ। ਚਰਨਜੀਤ ਸਿੰਘ ਚੰਨੀ ਨੇ ਦਰਅਸਲ ਇੱਕ ਟਵੀਟ ਕੀਤਾ ਹੈ। ਟਵੀਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਅੰਤਰਰਾਸ਼ਟਰੀ ਸਰਹੱਦਾਂ ਦੇ ਨਾਲ 50 ਕਿਲੋਮੀਟਰ ਦੇ ਦਾਇਰੇ ਦੇ ਵਿੱਚ BSF ਨੂੰ ਵਾਧੂ ਸ਼ਕਤੀਆਂ ਦੇਣ ਦੇ ਭਾਰਤ ਸਰਕਾਰ ਦੇ ਇੱਕ ਫਾਸੜ ਫੈਸਲੇ ਦੀ ਨਿੰਦਿਆ ਕਰਦਾ ਜੋ ਕਿ ਸੰਘਵਾਦ ਭਾਵ ਫੈਡਰਲਿਜ਼ਮ ਤੇ ਸਿੱਧਾ ਹਮਲਾ ਹੈ। ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੇਨਤੀ ਕਰਦਾ ਹਾਂ ਕਿ ਇਸ ਤਰਕਹੀਣ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ। ਹੁਣ ਤੁਸੀਂ ਦੇਖੋ ਕਿ ਬੀਤੇ ਦਿਨੀ ਚਰਨਜੀਤ ਸਿੰਘ ਚੰਨੀ ਹੋਰੀ ਉਹਨਾਂ ਨੂੰ ਇਹ ਗੱਲ ਕਹਿ ਕੇ ਆਏ ਸੀ ਕਿ ਸਰਹੱਦੀ ਸੂਬਾ ਪੰਜਾਬ ਉਹਦੇ ਵਿੱਚ ਡਰੋਨ ਵੀ ਆਈ ਜਾਂਦੇ ਨੇ, ਉਧਰਲੇ ਪਾਸੋਂ ਘੁਸਪੈਠ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਤੇ ਨਾਲ ਕੁਝ ਕੁ ਨਸ਼ੀਲਾ ਪਦਾਰਥ ਵੀ ਆਉਂਦਾ ਹੈ। ਇਸ ਮਸਲੇ ਤੇ ਸਖਤੀ ਵਧਾਈ ਜਾਵੇ, ਅਗਲਿਆਂ ਨੇ ਵਧਾਤੀ। ਹੁਣ ਇਹ ਭਾਵੇਂ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਟਵੀਟ ਕਰਕੇ ਅਪੀਲ ਕੀਤੀ ਹੈ ਕਿ ਇੱਕ ਪਾਸੜ ਫੈਸਲਾ ਹੈ, ਇਹਨੂੰ ਵਾਪਸ ਲਓ, ਪਰ ਇਸ ਦਾਇਰੇ ਨੂੰ 15 ਤੋਂ 50 ਕਿਲੋਮੀਟਰ ਕਰਨ ਤੇ ਸਿਆਸਤ ਭੱਗ ਗਈ
ਕੇਂਦਰ ਸਰਕਾਰ ਦਾ ਨੋਟੀਫਿਕੇਸ਼ਨ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਹੈ ਕਿ ਵੱਖ-ਵੱਖ ਸਰਹੱਦੀ ਰਾਜ ਨੇ ਜਿਨ੍ਹਾਂ ਦੇ ਵਿੱਚ BSF ਦਾ ਦਾਇਰਾ ਵਧਾ ਦਿੱਤਾ ਗਿਆ, ਤਲਾਸ਼ੀ ਲੈ ਸਕਣਗੇ, ਗ੍ਰਿਫਤਾਰੀ ਕਰ ਸਕਣਗੇ। ਹੁਣ ਇਸੇ ਮਸਲੇ ਨੂੰ ਆਧਾਰ ਬਣਾ ਕੇ ਪੰਜਾਬ ਦੇ ਵੱਖੋ-ਵੱਖ ਰਾਜਨੀਤਿਕ ਲੋਕ ਨੇ, ਲੀਡਰ ਨੇ, ਜਿਹੜੇ ਪਾਰਟੀਆਂ ਨੇ, ਉਹਨਾਂ ਦੀ ਰਾਏ ਵੱਖੋ ਵੱਖਰੀ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ, ਉਹਨਾਂ ਨੇ ਤਾਂ ਕੇਂਦਰ ਸਰਕਾਰ ਦੇ ਫੈਸਲੇ ਨੂੰ ਨਿੰਦਣਯੋਗ ਆਖਿਆ। ਉਹ ਕਹਿੰਦੇ ਇਹ ਸਿੱਧਮ ਸਿੱਧਾ ਫੈਡਰਲਿਜ਼ਮ ਤੇ ਜਿਹੜਾ ਢਾਂਚਾ ਹੈ ਉਹਦੇ ਤੇ ਹਮਲਾ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਫੈਸਲਾ ਜਿਹੜਾ ਤੁਰੰਤ ਕੀਤਾ ਤੇ ਇਹਨੂੰ ਵਾਪਸ ਲਿਆ ਜਾਵੇ। ਉਹਨਾਂ ਨੇ ਸਪਸ਼ਟ ਕੀਤਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਦੇ ਵੀ ਇਹ ਮੁੱਦਾ ਕੇਂਦਰ ਸਰਕਾਰ ਦੇ ਸਾਹਮਣੇ ਚੁੱਕਿਆ ਨਹੀਂ। ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਕਹਿੰਦੇ ਉਚੇਚੇ ਤੌਰ ਤੇ ਇਸ ਮਸਲੇ ਦੇ ਵਿੱਚ ਮੈਂ ਮਿਲਾਂਗਾ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ 139ਵੀਂ ਸੋਧ ਹੈ BSF ਐਕਟ ਦੀ ਧਾਰਾ ਜਿਹੜੀ, ਉਸ ਸੋਧ ਦੇ ਤਹਿਤ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਹਨੂੰ ਤੁਰੰਤ ਵਾਪਸ ਲੈਣ ਲਈ ਆਖਿਆ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਹਨੂੰ ਵਾਪਸ ਲੈਣ ਵਾਸਤੇ ਆਖਿਆ। ਦੋਵਾਂ ਨੇ ਇਸ ਨੂੰ ਤਰਕਹੀਣ ਫੈਸਲਾ ਦੱਸਿਆ। BSF ਦੇ ਉਭਾਰ ਦੀ ਭਾਵਨਾ ਉਹ ਕਹਿੰਦੇ ਜਿਹੜੀ ਹੈ ਇਹ ਬਿਲਕੁਲ ਠੀਕ ਨਹੀਂ। ਅੰਤਰਰਾਸ਼ਟਰੀ ਸਰਹੱਦ ਤੇ ਉਹ ਤੈਨਾਤ ਰਹਿਣ, ਪਹਿਲੀ ਕਤਾਰ ਦੇ ਤੌਰ ਤੇ ਉਹ ਕੰਮ ਕਰਨ, ਪਰ ਅੰਦਰੂਨੀ ਇਲਾਕਿਆਂ ਦੇ ਵਿੱਚ ਕੰਮ ਜਾਂ ਪੁਲਿਸਿੰਗ ਕਰਨਾ BSF ਦਾ ਕੰਮ ਨਹੀਂ। ਇਸ ਤਰ੍ਹਾਂ ਕਰਕੇ ਅੰਤਰਰਾਸ਼ਟਰੀ ਸਰਹੱਦੀ ਸੁਰੱਖਿਆ ਪ੍ਰਤੀ ਉਹਨਾਂ ਦੀ ਮੁੱਢਲੀ ਜਿਹੜੀ ਡਿਊਟੀ ਹੈ ਉਹ ਜਿਹੜੀ ਨਿਭਾਉਣੀ ਸੀ ਉਹ ਕਮਜ਼ੋਰ ਹੋਏਗੀ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਾਮਲੇ ਦੇ ਹੱਲ ਦੇ ਵਾਸਤੇ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਛੇਤੀ ਮਿਲਣਗੇ। ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਾ ਤਾਂ ਇਹ ਮੁੱਦਾ ਕੇਂਦਰ ਸਾਹਮਣੇ ਚੁੱਕਿਆ ਤੇ ਨਾ ਹੀ ਅੰਤਰਰਾਸ਼ਟਰੀ ਸਰਹੱਦ ਦੇ ਨਾਲ BSF ਦੇ ਅਧਿਕਾਰ ਖੇਤਰ ਨੂੰ ਵਧਾਉਣ ਵਾਸਤੇ ਕਦੇ ਕਿਹਾ। ਹੁਣ ਦੂਸਰੇ ਪਾਸੇ ਜਿਹੜੇ ਪੰਜਾਬ ਦੇ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਹੋ ਚੁੱਕੇ ਨੇ, ਪਹਿਲਾਂ ਹੀ ਪ੍ਰਧਾਨ ਸੀ ਸੁਨੀਲ ਜਾਖੜ ਹੋਰਾਂ ਨੇ ਵੀ ਇਸ ਮੁੱਦੇ ਦੇ ਉੱਤੇ ਉਂਗਲਾਂ ਉਠਾਈਆਂ ਨੇ, ਸਵਾਲ ਚੁੱਕੇ ਨੇ। ਉਹ ਕਹਿੰਦੇ ਠੀਕ ਆ ਫੈਸਲਾ ਸੁਣਾ ਦਿੱਤਾ ਗਿਆ ਹੈ, ਪਰ ਸੁਨੀਲ ਜਾਖੜ ਕਹਿੰਦੇ ਕਿ ਤੁਸੀਂ ਪੁੱਛ ਰਹੇ ਹੋ, ਇੱਕ ਯੂਜ਼ਰ ਨੇ ਦਰਅਸਲ ਪੁੱਛਿਆ ਸੀ ਟਵੀਟ ਤੇ ਕਿ ਕੀ ਚਰਨਜੀਤ ਸਿੰਘ ਚੰਨੀ ਨੇ ਅਣਜਾਣੇ ਦੇ ਵਿੱਚ ਪੰਜਾਬ ਦਾ ਅੱਧਾ ਹਿੱਸਾ ਕੇਂਦਰ ਸਰਕਾਰ ਦੇ ਹਵਾਲੇ ਕਰ ਦਿੱਤਾ ਹੈ, ਕਿਉਂਕਿ 50,000 ਵਰਗ ਕਿਲੋਮੀਟਰ ਦੇ ਵਿੱਚੋਂ 25,000 ਵਰਗ ਕਿਲੋਮੀਟਰ ਨੂੰ ਹੁਣ BSF ਦੇ ਅਧਿਕਾਰ ਖੇਤਰ ਦੇ ਵਿੱਚ ਰੱਖ ਦਿੱਤਾ ਗਿਆ। ਫਿਰ ਕਹਿੰਦੇ ਪੰਜਾਬ ਪੁਲਿਸ ਉੱਥੇ ਕੀ ਕਰੂ? ਕੀ ਅਸੀਂ ਹੁਣ ਵੀ ਰਾਜਾਂ ਦੀ ਜਿਹੜੀ ਖੁਦਮੁਖਤਿਆਰੀ ਦੀ ਗੱਲ ਕਰਦੇ ਸੀ ਉਹ ਹਾਲੇ ਵੀ ਚਾਹੁੰਦੇ ਆ? ਸਵਾਲ ਨੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ, ਤੁਹਾਨੂੰ ਯਾਦ ਹੋਵੇ ਕਿ ਬੀਤੀ 5 ਤਰੀਕ ਨੂੰ 5 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨਾਲ ਮੁਲਾਕਾਤ ਕੀਤੀ ਸੀ। ਪੰਜਾਬ ਦੇ ਵਿੱਚ ਭਾਰਤ ਪਾਕਿਸਤਾਨ ਸਰਹੱਦ ਨੂੰ ਸੀਲ ਕਰਨ ਦੀ ਅਪੀਲ ਕੀਤੀ ਸੀ, ਜਿਸ ਤੋਂ ਅਗਲਿਆਂ ਨੇ ਇੱਕ ਹਫ਼ਤਾ ਨਹੀਂ ਲੰਘਣ ਦਿੱਤਾ। BSF ਦੇ ਅਧਿਕਾਰ ਖੇਤਰ ਦੇ ਵਿੱਚ ਵਾਧਾ ਕਰ ਦਿੱਤਾ ਹੈ। ਉਹ ਗ੍ਰਿਫਤਾਰੀ ਕਰ ਸਕਦੇ ਨੇ, ਜ਼ਬਤੀ ਤਲਾਸ਼ੀ ਲੈ ਸਕਦੇ ਨੇ। ਹੁਣ ਜਾਖੜ ਨੇ ਇਸੇ ਮੁੱਦੇ ਨੂੰ ਲੈ ਕੇ ਕੁਝ ਸਵਾਲ ਉਠਾਏ ਨੇ। ਉਹ ਕਹਿੰਦੇ ਦਰਅਸਲ ਇਹ ਪੰਜਾਬ ਦੀ ਖੁਦਮੁਖਤਿਆਰੀ ਦੇ ਵਿੱਚ ਸਿੱਧਮ ਸਿੱਧਾ ਅਟੈਕ ਹੈ, ਇਹ ਹਮਲਾ ਹੋਣਾ ਨਹੀਂ ਚਾਹੀਦਾ। ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਾਲੇ ਵੀ ਉਹ ਵੀ ਐਕਟਿਵ ਹੋ ਗਏ। ਸ਼੍ਰੋਮਣੀ ਅਕਾਲੀ ਦਲ ਨੇ ਆਖਿਆ ਕਿ ਲਗਭਗ ਅੱਧੇ ਰਾਜ ਨੂੰ BSF ਦੇ ਹਵਾਲੇ ਸੌਂਪਣ ਦੇ ਕਦਮ ਨੂੰ, ਪੰਜਾਬ ਦੇ ਲਗਭਗ ਅੱਧੇ ਹਿੱਸੇ ਨੂੰ ਸਿੱਧੇ ਤੌਰ ਤੇ ਰਾਸ਼ਟਰਪਤੀ ਸ਼ਾਸਨ ਲਗਾਉਣਾ ਦੱਸਿਆ ਉਹਨਾਂ ਨੇ ਕਿ ਦਰਅਸਲ ਇਹ ਪ੍ਰੈਜ਼ੀਡੈਂਟ ਰਾਜ ਲਾ ਦਿੱਤਾ ਗਿਆ, ਰਾਸ਼ਟਰਪਤੀ ਸ਼ਾਸਨ ਲਗਾ ਦਿੱਤਾ ਗਿਆ। ਰਾਜ ਨੂੰ ਭਾਵ ਸੂਬੇ ਨੂੰ ਅਸਲੀ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਬਦਲਿਆ ਜਾ ਰਿਹਾ ਹੈ। ਪੰਜਾਬ ਨੂੰ ਸਿੱਧੇ ਕੇਂਦਰ ਦੇ ਸ਼ਾਸਨ ਤਹਿਤ ਕਰਨ ਦੇ ਇਸ ਯਤਨ ਦਾ ਅਸੀਂ ਕਹਿੰਦੇ ਵਿਰੋਧ ਕਰ ਰਹੇ ਹਾਂ ਤੇ ਇਹ ਵਿਰੋਧ ਬਾਕੀਆਂ ਨੂੰ ਵੀ ਕਰਨਾ ਚਾਹੀਦਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਨੇ ਡਾਕਟਰ ਦਲਜੀਤ ਚੀਮਾ, ਉਹਨਾਂ ਨੇ ਕਿਹਾ ਕਿ ਸੰਵਿਧਾਨਕ ਵਿਵਸਥਾ ਦੀ ਦੁਰਵਰਤੋਂ ਕਰਕੇ ਸੰਘੀ ਸਿਧਾਂਤ ਤੇ ਹਮਲਾ ਕੀਤਾ ਕੇਂਦਰ ਨੇ। ਉਹਨਾਂ ਕਿਹਾ ਕਿ ਬੇਹੱਦ ਮੰਦਭਾਗਾ ਹੈ ਕਿ BSF ਨੂੰ ਪੰਜਾਬ ਪੁਲਿਸ ਦੀ ਆਮ ਡਿਊਟੀ ਖੋਹ ਕੇ ਵਿਆਪਕ ਸ਼ਕਤੀਆਂ ਦਿੱਤੀਆਂ ਜਾ ਰਹੀਆਂ ਨੇ। ਚੀਮਾ ਨੇ ਕਿਹਾ ਕਿ ਸੰਵਿਧਾਨ ਦੇ ਅਨੁਸਾਰ ਕੇਵਲ ਸੂਬਾ ਸਰਕਾਰੀ BSF ਨੂੰ ਰਾਜ ਪ੍ਰਸ਼ਾਸਨ ਦੀ ਸਹਾਇਤਾ ਲਈ ਬੁਲਾ ਸਕਦੀ ਹੈ, ਕੇਂਦਰ ਨਹੀਂ। ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੀ ਗੈਰ ਰਸਮੀ ਬੇਨਤੀ ਤੋਂ ਬਿਨਾਂ ਕੇਂਦਰ ਇਸ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਕਰ ਸਕਦਾ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਇਸ ਸੰਵੇਦਨਸ਼ੀਲ ਮੁੱਦੇ ਤੇ ਪੰਜਾਬ ਸਰਕਾਰ ਦਾ ਰੁਖ ਸਪਸ਼ਟ ਕਰਨ ਵਾਸਤੇ ਆਖਿਆ ਕਿ ਦੱਸੋ, ਜਨਤਕ ਕਰੋ। ਸੁਖਬੀਰ ਬਾਦਲ ਨੇ ਵੀ ਕਿਹਾ ਕਿ ਇਹ ਗੱਲ ਜਨਤਕ ਕਰੋ ਕਿ ਜਿਹੜੀ ਤੁਸੀਂ ਅਮਿਤ ਸ਼ਾਹ ਹੋਰਾਂ ਨਾਲ ਮੀਟਿੰਗ ਕਰਕੇ ਆਏ ਸੀ, ਕਿ ਸੱਚਮੁੱਚ ਤੁਸੀਂ ਕਹਿ ਤਾਂ ਨਹੀਂ ਸੀ ਆਏ? ਜੇ ਕਹਿ ਕੇ ਨਹੀਂ ਸੀ ਆਏ ਤਾਂ ਫਿਰ
ਕੇਂਦਰ ਸਰਕਾਰ ਪੰਜਾਬ ਦੇ ਜਾਂ ਸੂਬਾ ਸਰਕਾਰ ਦੇ ਕਹੇ ਬਗੈਰ ਇਹ ਅਧਿਕਾਰ ਖੇਤਰ ਕਿਵੇਂ ਵਧਾ ਸਕਦੀ ਹੈ? ਜੇ ਵਧਾਇਆ ਤਾਂ ਇਹ ਗੈਰ ਕਾਨੂੰਨੀ ਹੈ। ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਵੱਡੇ ਪੱਧਰ ਤੇ ਗਰਮਾ ਗਈ ਹੈ। ਅਗਲੀ ਜਿਹੜੀ ਜਾਣਕਾਰੀ ਹੈ, ਇਹ ਪੰਜਾਬ ਦੇ ਵਿੱਚ ਕੁਝ ਜਿਹੜੇ ਕੱਚੇ ਕੰਮ ਨੇ ਉਹਨਾਂ ਵਾਸਤੇ ਵੱਡੀ ਤੇ ਖੁਸ਼ੀ ਵਾਲੀ ਖਬਰ ਹੈ। ਅਸਲ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਕੁਝ ਕੱਚੇ ਕੰਮ ਪੱਕੇ ਹੋਣਗੇ, ਉਹਨੂੰ ਢਾਰਸ ਵੱਜ ਗਈ ਹੈ। ਪੰਜਾਬ ਦੇ ਵਿੱਚ ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਜਿਹੜੇ ਉਹਦੇ ਕੱਚੇ ਕੰਮ ਨੇ, ਉਹਨਾਂ ਦੀ ਇੱਕ ਯੂਨੀਅਨ ਬਣੀ ਹੋਈ ਹੈ। ਉਹਨਾਂ ਦੀਆਂ ਯੂਨੀਅਨਾਂ ਦੀ ਇੱਕ ਸਾਂਝੀ ਐਕਸ਼ਨ ਕਮੇਟੀ ਬਣੀ ਹੋਈ ਹੈ। ਇਸ ਸਾਂਝੀ ਐਕਸ਼ਨ ਕਮੇਟੀ ਦੇ ਆਗੂਆਂ ਦੀ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਮੌਜੂਦਗੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਇੱਕ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ। ਮੀਟਿੰਗ ਦੇ ਵਿੱਚੋਂ ਜਾਣਕਾਰੀ ਮਿਲੀ ਹੈ ਕਿ ਕੁਝ ਅਹਿਮ ਮੰਗਾਂ ਉਹਨਾਂ ਤੇ ਸਹਿਮਤੀ ਬਣ ਗਈ। ਸਹਿਮਤੀ ਬਣਨ ਅਤੇ ਭਰੋਸਾ ਦੇਣ ਤੋਂ ਬਾਅਦ ਜਿਹੜੇ ਕੱਚੇ ਰੋਡਵੇਜ਼ ਕਾਮੇ ਨੇ ਉਹਨਾਂ ਨੇ ਆਪਣਾ ਅੰਦੋਲਨ ਵੀ ਵਾਪਸ ਲੈ ਲਿਆ। ਮੀਟਿੰਗ ਤੋਂ ਬਾਅਦ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਨੇ ਰੇਸ਼ਮ ਸਿੰਘ ਗਿੱਲ ਹੋਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਚੰਨੀ ਨੇ ਉਹਨਾਂ ਦੀਆਂ ਮੰਗਾਂ ਨੂੰ ਜਾਇਜ਼ ਮੰਨਿਆ। ਮੰਗਾਂ ਨੂੰ ਜਾਇਜ਼ ਠਹਿਰਾਉਂਦਿਆਂ ਕੱਚੇ ਕੰਮ ਨੂੰ ਪੱਕੇ ਕਰਨ ਦੀ ਹਾਮੀ ਭਰ ਦਿੱਤੀ ਹੈ ਅਤੇ 20 ਦਿਨ ਦੇ ਸਮੇਂ ਦੀ ਮੰਗ ਉਹਨਾਂ ਕੋਲੋਂ ਕੀਤੀ ਹੈ ਤਾਂ ਕਿ ਇਸ ਸੰਬੰਧੀ ਇੱਕ ਐਕਟ ਬਣਾਇਆ ਜਾ ਸਕੇ। ਯੂਨੀਅਨ ਆਗੂਆਂ ਨੇ ਪੱਕੇ ਕਰਨ ਲਈ 10 ਸਾਲ ਦੀ ਜਿਹੜੀ ਸ਼ਰਤ ਹੈ ਉਹਦੀ ਥਾਂ ਤੇ 3 ਸਾਲ ਦੀ ਸ਼ਰਤ ਦੀ ਮੰਗ ਕੀਤੀ ਹੈ ਤੇ ਨਾਲ ਇੱਕ ਜਿਹੜੇ ਆਊਟਸੋਰਸ ਵਾਲੇ ਕਾਮੇ ਨੇ, ਫਿਲਹਾਲ ਕੋਈ ਕਾਨੂੰਨੀ ਅੜਿੱਕਾ ਉਹ ਪੱਕੇ ਨਹੀਂ ਕੀਤੇ ਜਾ ਸਕਦੇ, ਪਰ ਉਹਦਾ ਇਸ ਮੀਟਿੰਗ ਵਿੱਚ ਇਹ ਬਦਲ ਕੱਢਿਆ ਗਿਆ ਕਿ ਉਹਨਾਂ ਨੂੰ ਕੰਟਰੈਕਟ ਤੇ ਲਿਆ ਕੇ ਰੈਗੂਲਰ ਕੀਤਾ ਜਾ ਸਕੇਗਾ। ਰੇਸ਼ਮ ਸਿੰਘ ਗਿੱਲ ਹੋਰਾਂ ਨੇ ਦੱਸਿਆ ਕਿ ਤਨਖਾਹ ਦੇ ਵਿੱਚ 30% ਵਾਧਾ ਤੁਰੰਤ ਅਤੇ ਹਰ ਸਾਲ 5% ਵਾਧੇ ਦੀ ਮੰਗ ਵੀ ਮੁੱਖ ਮੰਤਰੀ ਹੋਰਾਂ ਨੇ ਪ੍ਰਵਾਨ ਕਰ ਲਈ ਹੈ। ਸੋ ਜਿਹੜੇ ਪੰਜਾਬ ਰੋਡਵੇਜ਼ ਦੇ ਵਿੱਚ, PRTC ਵਿੱਚ, ਪਨਬੱਸ ਦੇ ਵਿੱਚ ਕੱਚੇ ਕਾਮੇ ਸੀ, ਉਹਨਾਂ ਵਾਸਤੇ ਆ ਬਹੁਤ ਵੱਡੀ ਤੇ ਖੁਸ਼ੀ ਦੀ ਖਬਰ ਹੈ। ਵੇਖਦੇ ਹਾਂ ਕਿ ਸਿਰਫ ਇਸੇ ਹੀ ਮਹਿਕਮੇ ਵਿੱਚ ਨਹੀਂ, ਹੋਰਨਾਂ ਮਹਿਕਮਿਆਂ ਦੇ ਵਿੱਚ ਵੀ ਕੱਚੇ ਕਾਮੇ ਬਹੁਤ ਨੇ। 10-10, 15-15 ਸਾਲ ਤੋਂ ਸਿੱਖਿਆ ਵਿਭਾਗ ਦੇ ਵਿੱਚ, ਸਿਹਤ ਵਿਭਾਗ ਦੇ ਵਿੱਚ ਬਹੁਤ ਸਾਰੇ ਡਿਪਾਰਟਮੈਂਟ ਜਿਨ੍ਹਾਂ ਵਿੱਚ ਕੱਚੇ ਕਾਮੇ ਕੰਮ ਕਰ ਰਹੇ ਹੈ। ਕਿ ਇਹਦੇ ਤੋਂ ਬਾਅਦ ਉਹਨਾਂ ਨਾਲ ਵੀ ਮੁੱਖ ਮੰਤਰੀ ਮੀਟਿੰਗਾਂ ਕਰਨਗੇ, ਕਿਉਂਕਿ ਚੋਣਾਂ ਵੀ ਨੇੜੇ ਨੇ, ਜ਼ਾਬਤਾ ਕਿਸੇ ਵਕਤ ਲੱਗ ਸਕਦਾ ਹੈ ਤੇ ਆਹ ਸਮਾਂ ਕਿ ਸਰਕਾਰ ਤੋਂ ਜ਼ੋਰ ਦੇ ਕੇ ਮੰਗਾਂ ਮਨਵਾਈਆਂ ਜਾ ਸਕਣ। ਪਰ ਜਦੋਂ ਇੱਕ ਜਥੇਬੰਦੀ ਦੀ ਗੱਲ ਮੰਨ ਲਈ ਗਈ ਤਾਂ ਹੋ ਸਕਦਾ ਬਾਕੀ ਦੀਆਂ ਵੀ ਮੈਦਾਨ ਦੇ ਵਿੱਚ ਨਿੱਤਰ ਆਉਣ। ਚੰਗਾ ਹੋਵੇ ਕਿ ਸਾਰਿਆਂ ਦੇ ਨਾਲ ਘੱਟੋ ਘੱਟ ਮੀਟਿੰਗਾਂ ਕੀਤੀਆਂ ਜਾਣ ਤੇ ਉਹਨਾਂ ਦੀਆਂ ਜਾਇਜ਼ ਮੰਗਾਂ ਦੇ ਉੱਤੇ ਗੌਰ ਫਰਮਾਇਆ ਜਾਵੇ ਤੇ ਉਹ ਪੂਰੀਆਂ ਕੀਤੀਆਂ ਜਾਣ। ਸੋ ਦੋਸਤੋ, ਕੁੱਲ ਮਿਲਾ ਕੇ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਜੇਕਰ ਸੱਚਮੁੱਚ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।